ਸ਼ੁਕਰਾਨਾ ਗੁਰੂ ਸਾਹਿਬ ਦਾ ਕੀਤਾ ਗਿਆ, ਸ਼ੁਕਰਾਨਾ ਸੰਗਤ ਦਾ ਕੀਤਾ ਗਿਆ ਜਾਂ ਮੌਜੂਦਾ ਸਰਕਾਰ ਦਾ? ਗੱਲਾਂ ਬਾਹਰ ਆ ਰਹੀਆਂ ਨੇ ਕਿ ਹੁਣ ਸੁਖਰਾਜ ਸਿੰਘ ਉੱਥੇ ਨਹੀਂ ਬੈਠਿਆ ਕਰਨਗੇ। ਸ਼ੁਕਰਾਨਾ ਜ਼ਰੂਰੀ ਸੀ ਤੁਹਾਨੂੰ ਲੱਗਦਾ? ਇਹ ਤਾਂ ਫਿਰ ਇਹ ਗੱਲ ਆ ਗਈ, ਇੱਕ ਤਾਂ ਤੁਹਾਡੇ ਤੇ ਕਾਲੇ ਕਾਨੂੰਨ ਬਣੇ, ਜ਼ਮੀਨਾਂ ਤੁਹਾਡੀਆਂ ਖੋਹਣ ਦੀ ਗੱਲ ਹੋ ਗਈ, ਤੁਹਾਨੂੰ ਘਰੋਂ ਬੇਕਾਰ ਕਰਨ ਦੀ ਗੱਲ ਹੋ ਗਈ ਤਾਂ ਤੁਸੀਂ ਉੱਥੇ ਪੀਜੇ ਵਰਤਾ ਦੇ। ਇੰਨੀ ਕੁ ਤਾਂ ਸਾਡੀ ਮਾਨਸਿਕਤਾ ਕੰਮ ਕਰਦੀ ਆ ਕਿ ਜਿਹੜੀ ਜਗ੍ਹਾ ਤੇ ਅਸੀਂ ਬੈਠ ਕੇ ਜਿਹੜੀ ਜਗ੍ਹਾ ਦੀ ਮੰਗ ਕਰ ਰਹੇ ਆ, ਜਦੋਂ ਉਹੀ ਪੂਰਤੀ ਨਹੀਂ ਹੋਈ ਤਾਂ ਪਾਸੇ ਕਿਵੇਂ ਹੋਇਆ ਜਾਊਗਾ? ਅਸੀਂ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਹੋਇਆ ਸੀ, ਚਾਹੇ ਸੁਖਬੀਰ ਬਾਦਲ ਆ ਜਾਂਦੇ, ਅਸੀਂ ਕਿਹੜਾ ਰੋਕਿਆ ਸੀ? ਤੇ ਉਹਨਾਂ ਦਾ ਨਾਮ ਆਇਆ ਕਿਸੇ ਸਬੂਤਾਂ ਦੇ ਆਧਾਰ ਤੇ ਆਇਆ ਹੋਣਾ, ਕਿਸੇ ਪ੍ਰੂਫਾਂ ਦੇ ਆਧਾਰ ਤੇ ਆਇਆ ਹੋਣਾ, ਉਹ ਅਦਾਲਤ 'ਚ ਅਗਲੇ ਪੇਸ਼ ਕਰਨਗੇ, ਜੇ ਨਾ ਹੋਣਗੇ ਤੁਸੀਂ ਬਰੀ ਹੋ ਜਾਓਗੇ। ਆਪਾਂ ਪਹਿਲਾਂ ਰੌਲਾ ਕਿਉਂ ਪਾਇਆ? ਅਸੀਂ ਤਾਂ ਕਹਿੰਦੇ ਵੀ ਤੁਹਾਡੇ ਰਾਜ 'ਚ ਹੋਇਆ, ਇਹਦੇ 'ਚੋਂ ਮੁਨਕਰ ਹੁੰਦੇ ਤਾਂ ਦੱਸੋ। ਤੁਹਾਡੀ ਸਾਂਝੀਵਾਲਤਾ ਸੀ, ਬਿਆਨ ਤੁਹਾਡੇ ਪਏ ਆ ਸਰਸੇ ਵਾਲੇ ਨਾਲ, ਉਹਨਾਂ ਦੇ ਭਾਈਵਾਲਤਾ ਦੇ ਕਰਕੇ ਬੇਅਦਬੀ ਹੋਈ ਹੈ, ਤੁਸੀਂ ਉਹਨਾਂ ਤੇ ਕਾਰਵਾਈ ਨਹੀਂ ਕੀਤੀ। ਅਗਲੇ ਸੰਘਰਸ਼ ਦੀ ਰੂਪਰੇਖਾ ਕੀ ਹੋਊਗੀ? ਫਰੀਦਕੋਟ ਦੀ ਅਦਾਲਤ ਦਾ ਕੇਸ, ਫਰੀਦਕੋਟ ਦੇ ਜ਼ਿਲ੍ਹੇ ਦੇ ਵਿੱਚ ਹੋਇਆ ਸਾਰਾ ਕੁਝ, ਅੱਜ ਚੱਕ ਕੇ ਚੰਡੀਗੜ੍ਹ 'ਚ ਜਾ ਰਿਹਾ। ਇਹ ਨਹੀਂ ਹੈ ਕਿ ਅਸੀਂ ਹੁਣ ਕਹਾਂਗੇ ਸਰਕਾਰ ਵੀ ਜੇ ਆਹ ਕੁਝ ਹੋ ਗਿਆ ਤਾਂ ਸਰਕਾਰ ਦੇ ਸੋਲੇ ਗਏ ਜਾਓ ਜੀ। ਬਹਿਬਲ ਦਾ ਚਲਾਨ ਪੇਸ਼ ਹੋਣ ਤੋਂ ਬਾਅਦ ਨਹੀਂ ਬੈਠੂਗਾ, ਬਹਿਬਲ ਦੇ ਚਲਾਨ ਤੱਕ ਇੱਥੇ ਆ, ਇਹ ਬਹਿਬਲ ਦੇ ਚਲਾਨ ਤੱਕ ਇੱਥੇ ਆ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਸਿੰਘ। ਇਸ ਵੇਲੇ ਅਸੀਂ ਬਹਿਬਲ ਕਲਾਂ 'ਚ ਮੌਜੂਦ ਹਾਂ। ਬਹਿਬਲ ਮੋਰਚਾ ਲੱਗਿਆ ਲੰਮਾ ਸਮਾਂ ਹੋ ਗਿਆ। ਅੱਜ ਸ਼ੁਕਰਾਨੇ ਵਜੋਂ ਅਰਦਾਸ ਕੀਤੀ ਗਈ ਸੀ ਕਿਉਂਕਿ ਕੋਟਕਪੂਰਾ ਚਲਾਨ ਪੇਸ਼ ਕੀਤਾ ਗਿਆ, ਗੋਲੀकांड ਕੋਟਕਪੂਰਾ ਚਲਾਨ ਪੇਸ਼ ਕੀਤਾ ਗਿਆ, ਜਿਸ ਵਿੱਚ ਮੌਕੇ ਦੇ ਤਤਕਾਲੀ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਨਾਮਜ਼ਦ ਕੀਤਾ ਗਿਆ। ਮੇਰੇ ਨਾਲ ਸੁਖਰਾਜ ਸਿੰਘ ਨਿਆਮੀ ਵਾਲਾ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਅੱਜ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ ਸੀ। ਸ਼ੁਕਰਾਨਾ ਗੁਰੂ ਸਾਹਿਬ ਦਾ ਕੀਤਾ ਗਿਆ, ਸ਼ੁਕਰਾਨਾ ਸੰਗਤ ਦਾ ਕੀਤਾ ਗਿਆ ਜਾਂ ਮੌਜੂਦਾ ਸਰਕਾਰ ਦਾ? ਸ਼ੁਕਰਾਨਾ ਸੰਗਤ ਦਾ ਕੀਤਾ ਗਿਆ। ਤੁਸੀਂ ਪਿੱਛੇ ਬੋਰਡ ਵੀ ਪੜ੍ਹਿਆ ਹੋਣਾ, ਵੱਡੇ ਅੱਖਰਾਂ ਦੇ ਵਿੱਚ ਇਹੀ ਲਿਖਿਆ ਸੀਗਾ ਕਿ ਜਿਹੜੀਆਂ ਸੰਗਤਾਂ ਸਾਨੂੰ ਪਹਿਲੇ ਦਿਨ ਤੋਂ 16 ਦਸੰਬਰ 2021 ਤੋਂ ਤਕਰੀਬਨ ਅੱਜ 445-46 ਦਿਨ ਦਾ ਸਮਾਂ ਬਣ ਗਿਆ, ਉਹਨਾਂ ਦਿਨਾਂ ਦੇ ਵਿੱਚ ਦਿਨ ਰਾਤ ਮੀਂਹ ਹਨੇਰੀ ਦੇ ਵਿੱਚ ਸਹਿਯੋਗ ਕਰਦੀਆਂ ਰਹੀਆਂ, ਸਾਡੀਆਂ ਮੰਗਾਂ ਤੇ ਅਸੀਂ ਮਤਲਬ ਡਟ ਕੇ ਖੜੇ ਰਹੇ ਹਾਂ ਸੰਗਤਾਂ ਦੇ ਸਹਿਯੋਗ ਦੇ ਨਾਲ। ਸੋ ਅੱਜ ਗੁਰੂ ਸਾਹਿਬ ਨੇ ਉਹਨਾਂ ਦੀ ਪੂਰਤੀ ਕੀਤੀ ਹੈ ਕਿ ਜਿਹੜੇ ਇਹਨਾਂ ਦੋਨਾਂ ਕੇਸਾਂ ਦੇ ਮੁੱਖ ਕਰਤਾ ਧਰਤਾ ਸੀ, ਬੇਅਦਬੀ ਹੋਵੇ ਚਾਹੇ ਗੋਲੀकांड ਹੋਵੇ, ਉਹ ਅੱਜ ਕਿਤੇ ਨਾ ਕਿਤੇ ਸਾਹਮਣੇ ਆਏ ਨੇ। ਕੇਸ ਟਰੈਕ ਤੇ ਚੱਲਣ ਵਾਲੇ ਪਾਸੇ ਹੋਇਆ, ਕਿਉਂਕਿ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕੇਸ ਕਿੱਥੇ ਚੱਲੂਗਾ, ਕਿਵੇਂ ਚੱਲੂਗਾ, ਰਿਪੋਰਟਾਂ ਖਾਰਜ ਸੀਗੀਆਂ। ਸੋ ਅੱਜ ਇਹ ਸੰਗਤਾਂ ਦੀ ਬਦੌਲਤ ਹੋਇਆ, ਸੰਗਤਾਂ ਦਾ ਸ਼ੁਕਰਾਨਾ ਇਕੱਠ ਸੱਦ ਕੇ ਸ਼ੁਕਰਾਨਾ ਕੀਤਾ। ਅਗਲੇ ਸੰਘਰਸ਼ ਦੀ ਰੂਪਰੇਖਾ ਦੀ ਅਰਦਾਸ ਬੇਨਤੀ ਕੀਤੀ ਹੈ ਗੁਰੂ ਸਾਹਿਬ ਅੱਗੇ, ਕਿਉਂਕਿ ਗੁਰੂ ਸਾਹਿਬ ਤੋਂ ਸਪਿਰਿਟ ਲੈ ਕੇ ਹੀ ਅਸੀਂ ਅਗਲਾ ਜਿਹੜਾ ਸੰਘਰਸ਼ ਲੜਨਾ। ਅਗਲੇ ਸੰਘਰਸ਼ ਦੀ ਰੂਪਰੇਖਾ ਕੀ ਹੋਊਗੀ? ਜਿਹੜਾ ਮੋਰਚਾ ਲੱਗਿਆ ਹੋਇਆ ਅੱਜ, ਜਿਸ ਤਰੀਕੇ ਨਾਲ ਅਫਵਾਹਾਂ ਫੈਲ ਰਹੀਆਂ, ਜਿਸ ਤਰੀਕੇ ਨਾਲ ਗੱਲਾਂ ਬਾਹਰ ਆ ਰਹੀਆਂ ਨੇ ਕਿ ਹੁਣ ਸੁਖਰਾਜ ਸਿੰਘ ਉੱਥੇ ਨਹੀਂ ਬੈਠਿਆ ਕਰਨਗੇ, ਇਹ ਮੋਰਚਾ ਜਿਹੜਾ ਚੁੱਕ ਦਿੱਤਾ ਜਾਊਗਾ। ਦੇਖੋ ਜੀ, ਇਹ ਪਹਿਲੀ ਗੱਲ ਤਾਂ ਆਪਾਂ ਨੂੰ ਉਹ ਜਿਹੜੇ ਬੰਦੇ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਰਹੇ ਆ ਉਹਨਾਂ ਨੂੰ ਸਿੱਧਾ ਜਿਹਾ ਜਵਾਬ ਇਹ ਆ ਕਿ ਇੰਨੀ ਕੁ ਤਾਂ ਸਾਡੀ ਮਾਨਸਿਕਤਾ ਕੰਮ ਕਰਦੀ ਆ ਕਿ ਜਿਹੜੀ ਜਗ੍ਹਾ ਤੇ ਅਸੀਂ ਬੈਠ ਕੇ ਜਿਹੜੀ ਜਗ੍ਹਾ ਦੀ ਮੰਗ ਕਰ ਰਹੇ ਆ, ਜਦੋਂ ਉਹੀ ਪੂਰਤੀ ਨਹੀਂ ਹੋਈ ਤਾਂ ਪਾਸੇ ਕਿਵੇਂ ਹੋਇਆ ਜਾਊਗਾ? ਸੋ ਸਿੱਧਾ ਤੇ ਸਾਫ਼ ਸਪਸ਼ਟ ਆ ਕਿ ਬੇਅਦਬੀ ਇਨਸਾਫ ਮੋਰਚਾ ਬਹਿਬਲ ਕਲਾਂ ਉਸ ਜਗ੍ਹਾ ਤੇ ਲੱਗਿਆ ਜਿੱਥੇ 2 ਸਿੱਖ ਸ਼ਹੀਦ ਹੋਏ ਸੀ, ਜਿਹਦੇ ਵਿੱਚ ਮੇਰੇ ਪਿਤਾ ਜੀ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਦੂਸਰਾ ਵੀਰ ਗੁਰਜੀਤ ਸਿੰਘ ਸਰਾਵਾਂ ਸ਼ਾਮਲ ਸੀ। ਸੋ ਉਹਨਾਂ ਦੀ ਸ਼ਹੀਦੀ ਹੋਈ ਆ, ਉਹਨਾਂ ਦੇ ਕਾਤਲਾਂ ਦਾ ਚਲਾਨ ਹਜੇ ਤੱਕ ਪੇਸ਼ ਨਹੀਂ ਹੋਇਆ। ਹਾਲਾਂਕਿ ਰਿਪੋਰਟ ਪੂਰੀ ਬਣੀ ਹੋਈ ਆ, ਕੰਵਰ ਵਿਜੇ ਪ੍ਰਤਾਪ ਹੋਣਾ ਨੇ ਸਟੈਪ ਬਾਈ ਸਟੈਪ ਚਲਾਨ ਦਿੱਤੇ ਹੋਏ ਆ, ਕੰਵਰ ਵਿਜੇ ਪ੍ਰਤਾਪ ਹੋਣਾ ਦੀ ਰਿਪੋਰਟ ਉੱਥੇ ਪਈ ਆ। ਪਰ ਇੱਕ ਲਾਸਟ ਭੂਮਿਕਾ ਜਿਹੜੀ ਰਹਿੰਦੀ ਆ, ਜਦੋਂ ਕੰਵਰ ਵਿਜੇ ਪ੍ਰਤਾਪ ਹੋਣਾ ਨੇ ਅਸਤੀਫਾ ਦਿੱਤਾ, ਰਿਪੋਰਟ ਖਾਰਜ ਹੋਣ ਤੋਂ ਬਾਅਦ ਇੱਕ ਭੂਮਿਕਾ ਰਹਿ ਗਈ ਸੀ। ਕੋਟਕਪੂਰਾ ਤਾਂ ਬਿਲਕੁਲ ਹੀ ਖਾਰਜ ਹੋ ਗਿਆ। ਅੱਜ ਕੋਟਕਪੂਰੇ ਦਾ ਚਲਾਨ ਮੁੱਖ ਸਾਜ਼ਿਸ਼ਕਰਤਾ ਨਾਮਜ਼ਦ ਹੋਇਆ। ਕੋਟਕਪੂਰੇ ਦੀ ਸਾਰੀ ਟੀਮ ਹੀ ਇੱਥੇ ਆਈ ਹੋਈ ਆ, ਜਿਹੜੀ ਪਹਿਲਾਂ ਵੀ ਇਨਵੋਲਵ ਹੈਗੀ ਆ, ਤੇ ਅੱਗੇ ਵੀ ਉਹੀ ਸਾਜ਼ਿਸ਼ਕਰਤਾ ਇੱਧਰ ਹੋਣਗੇ, ਕਿਉਂਕਿ ਜੇ ਉੱਥੇ ਬਹਿਬਲ ਵਾਲਾ ਚਲਾਨ ਜੇ ਪੇਸ਼ ਹੁੰਦਾ ਉਸ ਤੋਂ ਬਾਅਦ ਉੱਠਿਆ ਜਾਊਗਾ, ਉਸ ਤੋਂ ਬਾਅਦ ਮੋਰਚਾ ਚੱਕ ਦਿੱਤਾ ਜਾਊ। ਉਸ ਤੋਂ ਬਾਅਦ ਜਿਹੜਾ ਇਹ ਮੋਰਚਾ, ਦੇਖੋ ਹਜੇ ਤੱਕ ਕਿਹੜਾ ਇਨਸਾਫ ਮਿਲਿਆ, ਮੋਰਚੇ ਦਾ ਇੱਕ ਪੜਾਅ ਬਣਿਆ। ਕਾਰਨ ਇਹ ਆ ਕਿ ਅਸੀਂ ਜੇ ਗੱਲ ਕਰੀਏ ਕਿ ਜਦੋਂ ਤੱਕ ਨਾਮਜ਼ਦ ਨਹੀਂ ਹੋ ਰਹੇ ਤਾਂ ਅਸੀਂ ਤਾਂ ਫਿਰ ਲੜ ਹੀ ਨਹੀਂ ਨਾ ਸਕਦੇ ਸੀ, ਅਜੇ ਤਾਂ ਕੇਸ ਵੀ ਨਹੀਂ ਕਰ ਸਕਦੇ, ਕਿਹਦੇ ਤੇ ਕਰੀਏ, ਕੋਰਟਾਂ 'ਚ ਗੱਲ ਨਹੀਂ ਕਰ ਸਕਦੇ। ਹੁਣ ਉਦੋਂ ਅਗਲਾ ਵੇਲਾ ਕੋਰਟਾਂ 'ਚ ਖੜਨ ਦਾ, ਇਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਗੇ ਕੋਰਟਾਂ ਦੀ ਲੜਾਈ ਵੀ ਲੜਨੀ ਆ, ਚੰਗੇ ਵਕੀਲ ਵੀ ਅਸੀਂ ਖੜੇ ਕਰਨੇ ਆ, ਅਦਾਲਤਾਂ ਦੀ ਪੈਰਵਾਈ ਨੂੰ ਚੰਗੇ ਤਰੀਕੇ ਨਾਲ ਦੇਖਣਾ। ਸੋ ਇੱਥੋਂ ਤੱਕ ਪੂਰਤੀ ਹੋਣ ਤੋਂ ਬਾਅਦ ਇੱਥੇ ਸੰਪੂਰਨਤਾ ਦੀ ਅਰਦਾਸ ਕੀਤੀ ਜਾਊਗੀ। ਉਸ ਤੋਂ ਬਾਅਦ ਅਗਲਾ ਜਿਹੜਾ ਸਟੈਪ ਆ ਉਹ ਅਦਾਲਤਾਂ ਦੇ ਵਿੱਚ, ਕਚਹਿਰੀਆਂ ਦੇ ਵਿੱਚ ਜਿਹੜਾ ਵਕੀਲਾਂ ਦੇ ਰਾਹੀਂ ਆ ਉਹ ਲੜੇ। ਇਹ ਵੀ ਕਹਿੰਦੇ ਆ ਕਿ ਨਾਮਜ਼ਦ ਤਾਂ ਪਹਿਲਾਂ ਵੀ ਕੀਤਾ ਗਿਆ, ਬਾਦਲਾਂ ਤੋਂ ਪੁੱਛਗਿੱਛ ਪਹਿਲਾਂ ਵੀ ਹੋਈ ਹੈ, ਬੇਸ਼ੱਕ ਚਲਾਨ ਨਹੀਂ ਸੀ ਪੇਸ਼ ਹੋਇਆ ਹੈਗਾ। ਅੱਜ ਇੰਨਾ ਮਤਲਬ ਚਾਲ ਹੀ ਕਿਹੜੀ ਗੱਲ ਸੀ ਵੀ ਪਕੌੜਿਆਂ ਦਾ ਲੰਗਰ ਲਾਤਾ ਜਾਂ ਇਦਾਂ ਦੀਆਂ ਗੱਲਾਂ ਵੀ ਚੱਲੀਆਂ ਨੇ? ਪਕੌੜਿਆਂ ਦਾ ਲੰਗਰ ਤਾਂ ਕਿਹਨੇ ਲਾਇਆ ਬਾਈ? ਪਕੌੜਿਆਂ ਦਾ ਦੇਖੋ, ਇਹ ਤਾਂ ਫਿਰ ਇਹ ਗੱਲ ਆ ਗਈ, ਇੱਕ ਤਾਂ ਤੁਹਾਡੇ ਤੇ ਕਾਲੇ ਕਾਨੂੰਨ ਬਣੇ, ਜ਼ਮੀਨਾਂ ਤੁਹਾਡੀਆਂ ਖੋਹਣ ਦੀ ਗੱਲ ਹੋ ਗਈ, ਤੁਹਾਨੂੰ ਘਰੋਂ ਬੇਕਾਰ ਕਰਨ ਦੀ ਗੱਲ ਹੋ ਗਈ ਤਾਂ ਤੁਸੀਂ ਉੱਥੇ ਪੀਜੇ ਵਰਤਾ ਦੇ। ਇਹ ਗੱਲ ਨਹੀਂ ਹੁੰਦੀ ਬਾਈ, ਅਸੀਂ ਭੁੱਖੇ ਥੋੜੀ ਮਰ ਰਹੇ ਹਾਂ। ਅਸੀਂ ਆਪਦੇ ਗੁਰੂ ਦੇ ਉਹਨਾਂ ਜਿਹੜੇ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਜਨਤਕ ਕਰਾਇਆ ਤਾਂ ਅਸੀਂ ਉਹਦੇ ਪੁੱਤ ਹੋਏ ਆ,
ਤੇ ਜੇ ਇੱਥੇ ਆਪਦੀ ਸੰਗਤ ਆ, ਜੇ ਕਿਸੇ ਨੇ ਮਤਲਬ ਗੋਭੀ ਸਸਤੀ ਆ, ਫਿਰ ਉਹੀ ਗੱਲ ਆ ਗਈ, ਜੇ ਉਹ ਤੇਲ 'ਚ ਤਲ ਕੇ ਖਵਾਤੀ ਤਾਂ ਇਹਦਾ ਮਤਲਬ ਇਹ ਖੁਸ਼ੀ ਥੋੜੀ ਹੋ ਗਈ ਆ। ਸੁਖਬੀਰ ਬਾਦਲ ਕਹਿੰਦੇ ਕਿ ਮੈਂ ਉਸ ਦਿਨ ਪੰਜਾਬ 'ਚ ਹੀ ਹੈ ਨਹੀਂ ਸੀ, ਮੇਰਾ ਨਾਂ ਤਾਂ ਕੁਲਤਾਰ ਸੰਧਵਾਂ ਤੇ ਕੁਲਦੀਪ ਧਾਲੀਵਾਲ ਨੇ ਪਵਾਇਆ, ਤੇ ਕੁਲਦੀਪ ਧਾਲੀਵਾਲ ਵੀ ਅੱਜ ਇੱਥੇ ਆਏ ਸੀ ਤੇ ਕੁਲਤਾਰ ਸੰਧਵਾਂ ਵੀ ਅੱਜ ਇੱਥੇ ਆਏ ਸੀ। ਇੱਥੇ 2-4 ਹੋਰ ਵੀ ਆਏ ਸੀ ਬਾਈ, ਇੱਥੇ ਤਾਂ ਉਹਨਾਂ ਦੇ ਪੁਰਾਣੇ ਸਾਥੀ ਵੀ ਆਏ ਸੀ। ਇੱਥੇ ਤਾਂ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਵੀ ਆਏ ਸੀ, ਜਗਦੇਵ ਸਿੰਘ ਤਲਵੰਡੀ, ਰਣਜੀਤ ਸਿੰਘ ਉਹਨਾਂ ਦੇ ਪੁੱਤਰ ਵੀ ਆਏ ਸੀ। ਹੋਰ ਵੀ ਬੀਬੀ ਗੁਲਸ਼ਨ ਵੀ ਆਏ ਸੀ ਜਿਹੜੇ ਉਹਨਾਂ ਦੀ ਸੀਟ ਤੋਂ ਐਮਪੀ ਰਹੇ ਆ। ਹੋਰ ਵੀ ਮੈਂ ਕਿਹਦੇ ਨਾਲ ਮੈਂ ਢੀਂਡਸਾ ਗਰੁੱਪ ਵੀ ਆਇਆ ਸਾਰਾ। ਸੋ ਇਹ ਗੱਲਾਂ ਨਹੀਂ ਹੁੰਦੀਆਂ ਬਾਈ, ਇਹ ਰਾਜਨੀਤਿਕ ਫਰੰਟ ਨਹੀਂ ਹੈ ਇੱਥੇ। ਇੱਥੇ ਧਾਰਮਿਕ ਸਮਾਗਮ ਹੋਇਆ, ਐਜ ਏ ਸਿੱਖ ਸਾਰਿਆਂ ਨੇ ਸ਼ਮੂਲੀਅਤ ਕੀਤੀ ਆ, ਗੁਰੂ ਦੇ ਦਰਦਮੰਦ ਵਜੋਂ ਸਾਰਿਆਂ ਨੇ ਸ਼ਮੂਲੀਅਤ ਕੀਤੀ ਆ। ਅਸੀਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੋਇਆ ਸੀ, ਚਾਹੇ ਸੁਖਬੀਰ ਬਾਦਲ ਆ ਜਾਂਦੇ, ਅਸੀਂ ਕਿਹੜਾ ਰੋਕਿਆ ਸੀ। ਸੋ ਇਹ ਗੱਲ ਆ, ਜੇ ਉਹਨਾਂ ਦਾ ਨਾਮ ਆਇਆ ਕਿਸੇ ਸਬੂਤਾਂ ਦੇ ਆਧਾਰ ਤੇ ਆਇਆ ਹੋਣਾ, ਕਿਸੇ ਪ੍ਰੂਫਾਂ ਦੇ ਆਧਾਰ ਤੇ ਆਇਆ ਹੋਣਾ, ਉਹ ਅਦਾਲਤ 'ਚ ਅਗਲੇ ਪੇਸ਼ ਕਰਨਗੇ। ਜੇ ਨਾ ਹੋਣਗੇ ਤੁਸੀਂ ਬਰੀ ਹੋ ਜਾਓਗੇ। ਆਪਾਂ ਪਹਿਲਾਂ ਰੌਲਾ ਕਿਉਂ ਪਾਇਆ? ਇਹ ਗੱਲਾਂ ਬੇਤੁਕੀਆਂ ਹੋ ਜਾਂਦੀਆਂ, ਲੋਕਾਂ ਦੇ ਵਿੱਚ ਗੱਲਾਂ ਕਰਨੀਆਂ ਵੀ ਅਸੀਂ ਤਾਂ ਹੈ ਹੀ ਨਹੀਂ। ਜੇ ਅਕਾਲੀ ਦਲ ਅੱਜ ਡਿਫੈਂਡ ਕਰ ਰਿਹਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ, ਤੁਸੀਂ ਪੋਸਟਾਂ ਦੇਖੀਆਂ ਹੋਣੀਆਂ ਸਾਰੇ ਅਕਾਲੀ ਦਲ ਦੀਆਂ, ਆਪਣੇ ਪੇਜ ਦੇ ਉੱਤੇ ਕਹਿ ਰਹੇ ਨੇ ਮੈਂ ਤਾਂ ਪੰਜਾਬ ਹੀ ਹੈ ਨਹੀਂ ਸੀਗਾ। ਮੈਂ ਕਹਿੰਦਾ ਜੀ ਚਾਹੀਦਾ, ਅਗਲਿਆਂ ਦਾ ਲੀਡਰ ਹੈ, ਉਹਨਾਂ ਦਾ ਹੀਰੋ ਆ, ਉਹ ਚਾਹੀਦਾ ਡਿਫੈਂਡ ਕਰਨਗੇ। ਪਰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਉਹਨਾਂ ਦੇ ਰਾਜ 'ਚ ਹੋਈ ਆ, ਇਹ ਵੀ ਤਾਂ ਡਿਫੈਂਡ ਕੀਤਾ ਜਾ ਸਕਦਾ ਨਾ। ਇਹ ਵੀ ਤਾਂ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਇਹ ਇੰਨੀ ਗੱਲ ਕਹੀ ਜਾਣੀ ਆ ਵੀ ਇਹ ਸਾਡੀ ਗਲਤੀ ਹੈ, ਇਹਦੀ ਮਾਫੀ ਮੰਗਦੇ ਆ, ਫਿਰ ਗਲਤੀ ਦੀ ਸਜ਼ਾ ਵੀ ਹੁੰਦੀ ਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗਲਤੀ ਨਹੀਂ, ਸਜ਼ਾ ਹੋਊਗੀ, ਮਾਫੀ ਨਹੀਂ ਹੋਊਗੀ। ਸੋ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਥੋੜੀ ਜੋੜ ਰਹੇ ਹਾਂ। ਉਹ ਤਾਂ ਆਪਣੇ ਆਪ ਨੂੰ ਇਹ ਕਲੈਰੀਫਾਈ ਕਰੀ ਜਾਂਦੇ ਆ ਵੀ ਬੇਅਦਬੀ 'ਚ ਸਾਨੂੰ ਜੋੜਦੇ ਸੀ, ਬੇਅਦਬੀ 'ਚ ਕਰਦੇ। ਅਸੀਂ ਕਿਉਂ ਕਹੀਏ ਬੇਅਦਬੀ ਕੀਤੀ ਆ? ਅਸੀਂ ਤਾਂ ਕਹਿੰਦੇ ਵੀ ਤੁਹਾਡੇ ਰਾਜ 'ਚ ਹੋਇਆ, ਇਹਦੇ 'ਚੋਂ ਮੁਨਕਰ ਹੁੰਦੇ ਤਾਂ ਦੱਸੋ। ਤੁਹਾਡਾ ਸਰਕਾਰ ਸੀ, ਤੁਹਾਡਾ ਰਾਜ ਸੀ, ਤੁਹਾਡੇ ਹੋਮ ਮਿਨਿਸਟਰ ਸੀ, ਤੁਹਾਡੇ ਡੀਜੀਪੀ ਸੀ, ਉਹਦੇ ਵਿੱਚ ਹੋਇਆ ਬੇਅਦਬੀ, ਉਹਦੇ 'ਚ ਹੋਈ। ਤੁਹਾਡੀ ਸਾਂਝੀਵਾਲਤਾ ਸੀ, ਬਿਆਨ ਤੁਹਾਡੇ ਪਏ ਆ ਸਰਸੇ ਵਾਲੇ ਨਾਲ, ਉਹਨਾਂ ਦੇ ਭਾਈਵਾਲਤਾ ਦੇ ਕਰਕੇ ਬੇਅਦਬੀ ਹੋਈ ਹੈ, ਤੁਸੀਂ ਉਹਨਾਂ 'ਤੇ ਕਾਰਵਾਈ ਨਹੀਂ ਕੀਤੀ। ਅਸੀਂ ਤਾਂ ਇਹ ਗੱਲਾਂ ਕਰਦੇ ਆ, ਅਸੀਂ ਕਦੋਂ ਕਹਣੇ ਵੀ ਤੁਸੀਂ ਗਲੀਆਂ 'ਚ ਅੰਗ ਖਿਲਾਰੇ ਆ? ਪਰ ਅੰਗ ਖਿਲਾਰਨ ਵਾਲਿਆਂ ਨੂੰ ਬਚਾਇਆ ਤਾਂ ਗਿਆ ਨਾ। ਸੋ ਇਹ ਗੱਲਾਂ ਨਾ ਕਰਨ। ਮੈਂ ਕਹਿੰਦਾ ਸਾਰੀ ਲੀਡਰਸ਼ਿਪ ਜੇ ਇੰਨਾ ਟਾਈਮ ਰਾਜ ਕਰਦੇ ਆਏ ਆ, ਉਹਨਾਂ ਨੂੰ ਪਤਾ। ਪਰ ਇਸ ਤਰ੍ਹਾਂ ਦੇ ਬਿਆਨ ਦੇਣ ਨਾਲ ਹਾਸੋਹੀਣੀਆਂ ਗੱਲਾਂ ਹੁੰਦੀਆਂ। ਜੇ ਉਹਨਾਂ ਦਾ ਨਾਂ ਗਲਤ ਪਾਇਆ ਗਿਆ, ਮੰਨ ਲਓ ਗਲਤ ਪਾਤਾ, ਸਬੂਤ ਉਹਨਾਂ ਕੋਲੇ ਆ, ਉਹ ਹੈ ਹੀ ਨਹੀਂ, ਉਹ ਡਿਫੈਂਡ ਕਰਕੇ ਬਾਹਰ ਆ ਜਾਣਗੇ। ਕੋਰਟ ਕਿਹੜਾ ਬੇਦੋਸ਼ਾਂ, ਜੇ ਕੋਰਟ ਦੇ ਇੰਨਾ ਹੀ ਯਕੀਨ ਆਪਾਂ ਨੂੰ ਵੀ ਉਹ ਕਿਹੜਾ ਬੇਦੋਸ਼ਾਂ ਨੂੰ ਸਜ਼ਾ ਕਰਦੀ ਹੈ। ਜੇ ਬੇਦੋਸ਼ੀ ਹੋਣਗੇ ਤਾਂ ਬਾਹਰ ਆ ਜਾਣਗੇ, ਦੋਸ਼ੀ ਹੋਣਗੇ ਤਾਂ ਅੰਦਰ ਜਾਣਗੇ। ਸਿੱਟ ਨੇ ਕੱਲ ਗਗਨ ਬਰਾੜ ਨੂੰ ਵੀ ਸੱਦ ਲਿਆ, ਤਤਕਾਲੀ ਪ੍ਰਿੰਸੀਪਲ ਸੈਕਟਰੀ ਜਿਹੜੇ ਮੌਜੂਦਾ ਸੀਗੇ ਸੀਐਮ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ, ਉਹਨਾਂ ਨੂੰ ਵੀ ਸੱਦ ਲਿਆ, ਏਡੀਜੀਪੀ ਨੂੰ ਵੀ ਸੱਦ ਲਿਆ। ਦੇਖੋ ਇਹ ਸੈੱਟ ਆਪਦਾ ਕੰਮ ਕਰ ਰਹੀ ਆ। ਜਿਹੜੀ ਸੈੱਟ ਕੋਟਕਪੂਰੇ ਦੀ ਆ, ਉਹਦੇ 'ਚ ਕਿਸੇ ਸਰਕਾਰ ਦੀ ਇੰਟਰਫੇਰੈਂਸ ਨਹੀਂ ਆ। ਜੇ ਬਹਿਬਲ ਦੀ ਆ ਤਾਂ ਉਹ ਇੱਕ ਸਰਕਾਰ ਦੇ ਅੰਡਰ ਚੱਲ ਰਹੀ ਆ। ਦੇਖੋ ਇਹਨੂੰ ਸਮਝਣ ਦੀ ਲੋੜ ਆ। ਕੋਟਕਪੂਰੇ ਸਾਰਾ ਕੁਝ ਹੋਇਆ 6 ਵਜੇ ਉੱਥੇ ਹੋਇਆ, 9 ਵਜੇ ਇੱਥੇ ਹੋਇਆ, 3 ਘੰਟਿਆਂ ਦਾ ਡਿਫਰੈਂਸ ਆ। ਉਹੀ ਸਾਰੀ ਟੁਕੜੀ ਇੱਥੇ ਆ ਰਹੀ ਆ। ਤੇ ਇਹਦੇ 'ਚ ਆਪਾਂ ਇਹ ਨਹੀਂ ਨਾ ਕਹਿ ਸਕਦੇ ਕਿ ਕੋਈ ਇੱਥੇ ਤਾਂ ਹੋਰ ਪਾਸਿਓਂ ਆ ਗਏ। ਇੱਕੋ ਜ਼ਿਲ੍ਹਾ, ਇੱਕੋ ਮਤਲਬ ਸਰਕਾਰ ਆ, ਸਾਰਾ ਕੁਝ ਇੱਕ ਥਾਂ ਤੇ ਹੋਇਆ ਤਾਂ 10-15 ਕਿਲੋਮੀਟਰ ਦੇ ਫਰਕ 'ਚ ਹੋਇਆ ਤਾਂ ਇਹ ਤਾਂ ਸਿੱਧਾ ਹਿਸਾਬ ਹੈਗਾ ਵੀ ਉਹੀ ਇੱਥੇ। ਸੋ ਇਹ ਨਹੀਂ ਇਸ ਢਾਂਚੇ 'ਚ ਪੈਣ ਦੀ ਲੋੜ। ਇਹ ਆਪੇ ਕੋਰਟ ਦੇ ਵਿੱਚ ਕੇਸ ਚੱਲ ਗਿਆ, ਕੋਰਟ ਦੇ ਵਿੱਚ ਸਬੂਤ ਦੇ ਕੇ ਬਰੀ ਹੋ ਸਕਦੇ ਆ। ਅਸੀਂ ਕੋਰਟ ਦੇ ਵਿੱਚ ਆਪਦੇ ਵਕੀਲ ਖੜਾਵਾਂਗੇ। ਜੇ ਸਬੂਤ ਸਾਡੇ ਕੋਲੇ ਸਹੀ ਹੋਏ, ਸਾਡੇ ਵਾਲੇ ਕੰਮ ਕਰ ਜਾਣਗੇ। ਜੇ ਇਹਨਾਂ ਵਾਲੇ ਸਹੀ ਹੋਏ, ਇਹਨਾਂ ਵਾਲੇ ਕੰਮ ਕਰ ਜਾਣਗੇ। ਬੇਅਦਬੀ ਕੇਸ ਚੰਡੀਗੜ੍ਹ ਤਬਦੀਲ ਹੋ ਗਿਆ। ਸਰਕਾਰ ਦੀ ਨਾਕਾਮੀ ਆ। ਫਰੀਦਕੋਟ ਦੀ ਅਦਾਲਤ ਦਾ ਕੇਸ ਫਰੀਦਕੋਟ ਦੇ ਜ਼ਿਲ੍ਹੇ ਦੇ ਵਿੱਚ ਹੋਇਆ, ਸਾਰਾ ਕੁਝ ਅੱਜ ਚੱਕ ਕੇ ਚੰਡੀਗੜ੍ਹ 'ਚ ਜਾ ਰਿਹਾ। ਇਹ ਨਹੀਂ ਹੈ ਕਿ ਅਸੀਂ ਹੁਣ ਕਹਾਂਗੇ ਸਰਕਾਰ ਵੀ ਜੇ ਆਹ ਕੁਝ ਹੋ ਗਿਆ ਤਾਂ ਸਰਕਾਰ ਦੇ ਸੋਲੇ ਗਏ ਜਾਓ। ਜਿਹੜੀ ਕਰਨ ਨੂੰ ਕਿਹਾ ਤੁਸੀਂ ਫਿਰ ਸਟੇਟ ਤੋਂ ਓਪਨਲੀ ਅਨਾਉਂਸ ਕੀਤਾ ਗਿਆ, ਬੁਲਾਰਿਆਂ ਨੇ ਕੀਤਾ, ਕੋਲੇ ਬੈਠੇ ਸਪੀਕਰ ਨੂੰ ਉਹ ਤੁਹਾਨੂੰ ਸੁਣਿਆ ਨਹੀਂ ਹੋਣਾ ਕਿਉਂਕਿ ਕੋਲੇ ਬੈਠੇ ਕਿਹਾ। ਤੇ ਜੇ ਜਿਹੜਾ ਸਪੀਕਰ ਵਾਲਾ ਮੈਨੂੰ ਲੱਗਦਾ ਉਹ ਤੁਹਾਡੇ ਕੈਮਰੇ ਨੇ ਕੈਦ ਕੀਤਾ, ਉਹ ਓਪਨਲੀ ਸਾਰਿਆਂ ਨੇ ਕਿਹਾ ਜਿੱਥੇ ਜਿਹੜਾ ਚੰਗਾ ਹੋਊਗਾ ਉਹਨੂੰ ਚੰਗਾ ਕਿਹਾ ਜਾਂਦਾ, ਜਿੱਥੇ ਮਾੜਾ ਉੱਥੇ ਮਾੜਾ ਵੀ ਆ। ਨਾਲ ਸਾਡੇ ਬੁਲਾਰਿਆਂ ਵੱਲੋਂ ਵੀ ਕਿਹਾ ਗਿਆ ਇਹ ਨਾ ਕਹੋ ਕਿਆ ਕਰਕੇ ਤੁਸੀਂ ਮੱਲਮ ਲਾਤੀ ਹੈ ਤੇ ਉਧਰ ਵੀ ਤੁਸੀਂ ਉਨਾ ਹੀ ਕੰਮ ਕਰਤਾ, ਜ਼ਖਮ ਅਜੇ ਹਰੇ ਹੀ ਪਏ ਆ। ਸੋ ਇਹ ਆ ਕਿ ਸਰਕਾਰ ਕਰਾਨਾ ਜ਼ਰੂਰੀ ਸੀ ਤੁਹਾਨੂੰ ਲੱਗਦਾ? ਸੰਗਤਾਂ ਦਾ ਮੈਂ ਪਹਿਲਾਂ ਕਹਿ ਰਿਹਾ, ਸੰਗਤਾਂ 'ਚ ਤਾਂ ਨਹੀਂ ਨਾ ਕਮੀ, ਸਰਕਾਰਾਂ 'ਚ ਕਮੀ ਹੈ। ਸੰਗਤਾਂ ਨੇ ਤਾਂ ਸਹਿਯੋਗ ਦਿੱਤਾ ਨਾ ਪਿਛਲੇ ਲੰਮੇ ਸਮੇਂ ਤੋਂ। ਇਹ ਅੱਜ 15 ਮਹੀਨੇ ਦਾ ਸਮਾਂ ਹੋਣ ਵਾਲਾ। ਸੰਗਤਾਂ ਦਾ ਪਹਿਲੇ ਦਿਨ ਤੋਂ ਮੀਂਹ ਹਨੇਰੀ ਦੇ ਵਿੱਚ ਖੜ ਕੇ ਇੱਥੇ ਆਵਾਜ਼ ਬੁਲੰਦ ਕਰਦੀਆਂ ਰਹੀਆਂ, ਪ੍ਰੋਗਰਾਮਾਂ 'ਚ ਸੜਕ ਜਾਮ ਕਰਨ ਦਾ, ਚਾਹੇ ਮੈਮੋਰੈਂਡਮ ਦੇਣ ਦਾ, ਚਾਹੇ ਕਿਸੇ ਨੂੰ ਸਟੇਜ ਤੇ ਪ੍ਰੋਗਰਾਮ ਗੱਲ ਕਰਨ ਦਾ। ਸੰਗਤਾਂ ਤਾਂ ਆ ਕੇ ਆਪਣੀ ਹਾਜ਼ਰੀ ਭਰਦੀਆਂ ਰਹੀਆਂ ਨਾ। ਤੇ ਅੱਜ ਉਹਨਾਂ ਨੂੰ ਤਾਂ ਦੱਸਣਾ ਸੀ ਨਾ ਵੀ ਤੁਹਾਡੀ ਮਿਹਨਤ ਰੰਗ ਲੈ ਕੇ ਆਈ ਆ, ਤੁਹਾਡੀ ਮਿਹਨਤ ਦੇ ਸਦਕਾ ਕੋਰਟ ਦੇ ਵਿੱਚ ਇੰਨਾ ਕੇਸ ਚੱਲਿਆ। ਅਗਲੀ ਲੜਾਈ ਆਪਾਂ ਇਸ ਤਰੀਕੇ ਦੀ ਲੜਨੀ ਆ। ਅਗਲੀ ਲੜਾਈ ਸੁਖਰਾਜ ਸਿੰਘ ਬੈਠਿਆ ਕਰਨਗੇ ਉੱਥੇ, ਨਜ਼ਰ ਆਉਣਗੇ? ਨਹੀਂ, ਇਹ ਤਾਂ ਤੁਸੀਂ ਦੱਸੋ ਮੈਨੂੰ ਵੀ ਕੋਰਟ 'ਚ ਕੇਸ ਚੱਲਦਾ ਹੋਵੇ ਵਕੀਲ ਦੇ ਨਾਲ ਖੜਨਾ ਜ਼ਰੂਰੀ ਹੈ ਕਿ ਸੜਕ ਤੇ ਬੈਠਣਾ ਜ਼ਰੂਰੀ ਹੈ? ਸੋ ਆਪਾਂ ਪਹਿਲਾਂ ਵੀ ਚੱਲਦਾ ਸੀ। ਕਿੱਥੇ ਚੱਲਦਾ ਸੀ ਬਾਈ? ਸਾਡੇ ਹਿਸਾਬ ਨਾਲ ਤਾਂ ਜਾਂਚ ਖਾਰਜ ਸੀਗੀ, ਕੇਸ ਚੱਲਿਆ ਹੀ ਨਹੀਂ। ਜਿਹੜਾ ਬਹਿਬਲ ਦਾ ਕੇਸ ਚੱਲ ਰਿਹਾ ਸੀ ਉਹਦੇ 'ਚ ਕੋਰਟ ਨੇ ਲਿਖ ਕੇ ਦਿੱਤਾ ਸੀ ਵੀ ਦੋਨੇ ਕੇਸ ਇਕੱਠੇ ਚੱਲਣਗੇ, ਪਹਿਲਾਂ ਕੋਟਕਪੂਰਾ ਲੈ ਕੇ ਆਓ। ਸੋ ਅੱਜ ਉਹ ਚੱਲੂਗਾ
ਤਾਂ ਅਸੀਂ ਨਾਲ ਉੱਥੇ ਕੰਮ ਕਰਾਂਗੇ। ਅਸੀਂ ਜਿੱਥੇ ਪਹਿਲਾਂ ਚੱਲਦਾ ਸੀ, ਜਦੋਂ ਪਹਿਲਾਂ ਚੱਲਦਾ ਤੁਸੀਂ ਦੱਸੋ ਸੁਖਰਾਜ ਸੜਕ ਤੇ ਬੈਠਾ ਸੀ ਤਾਂ ਇਸ ਗੱਲ ਨੂੰ ਕੀ ਸਮਝਿਆ ਜਾਵੇ, ਸੁਖਰਾਜ ਹੁਣ ਉੱਥੇ ਨਹੀਂ ਬੈਠਿਆ ਕਰਨਗੇ? ਨਹੀਂ, ਬਹਿਬਲ ਦਾ ਚਲਾਨ ਪੇਸ਼ ਹੋਣ ਤੋਂ ਬਾਅਦ ਨਹੀਂ ਬੈਠੂਗਾ। ਬਹਿਬਲ ਦੇ ਚਲਾਨ ਤੱਕ ਇੱਥੇ ਹੀ ਆ, ਇਹ ਬਹਿਬਲ ਦੇ ਚਲਾਨ ਤੱਕ ਇੱਥੇ ਹੀ ਆ। ਜਦੋਂ ਬਹਿਬਲ ਦੇ ਮੁੱਖ ਸਾਜ਼ਿਸ਼ਕਰਤਾ ਹੋਣਗੇ ਫਿਰ ਦੋਨੇ ਕੇਸ ਇਕੱਠੇ ਚੱਲਣਗੇ। ਫਿਰ ਅਦਾਲਤ 'ਚ ਹੋਣਾ ਜ਼ਰੂਰੀ ਆ, ਵਕੀਲਾਂ ਦੇ ਨਾਲ ਹੋਣਾ ਜ਼ਰੂਰੀ ਆ, ਕੁਝ ਪੇਪਰ ਵਰਕ ਜਿਹੜੇ ਹੁੰਦੇ ਆ ਉਹ ਕਰਨੇ ਜ਼ਰੂਰੀ ਹੁੰਦੇ ਆ। ਫਿਰ ਉਹ ਤਾਂ ਤੋੜ ਫਿਰ ਕਰਨੀ। ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ। ਆਏ ਸੀਗੇ ਸੁਖਰਾਜ ਸਿੰਘ ਨਿਆਮੀਵਾਲਾ, ਕਹਿ ਰਹੇ ਨੇ ਕਿ ਮੋਰਚਾ ਜਿਉਂਦੀ ਤਿਉਂ ਚੱਲਦਾ ਰਹੂਗਾ। ਕਹਿ ਰਹੇ ਨੇ ਕਿ ਜਦੋਂ ਤੱਕ ਬਹਿਬਲ ਦਾ ਚਲਾਨ ਪੇਸ਼ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਮੋਰਚਾ ਬਰਕਰਾਰ ਰਹੂਗਾ, ਉਦੋਂ ਤੱਕ ਅਸੀਂ ਇੱਥੇ ਬੈਠੇ ਰਵਾਂਗੇ। ਕੈਮਰਾਮੈਨ ਵਤਨ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ ਟੀਵੀ, ਬਹਿਬਲ ਕਲਾਂ, ਫਰੀਦਕੋਟ।